दासर दीन दयाल न तुम सर। अब पतियार क्या कीजै, बचनी तोर मोर मन मानै। जन को पूरन दीजै, हौ बल बल जाओ। रमैया कारने, कारण कवन अबोल। बहुत जन्म बिछरे थे माधो, एहो जन्म तुम्हारे लिखे। कह रविदास आस लग जीवा, चिर भयो दर्शन देखे। दंडौत बंधन अनक बार, सर्ब कला समरथ। डोलन ते राखो प्रभु, नानक दे कर हाथ। डोलन ते राखो प्रभु, नानक दे कर हाथ। सतनाम श्री वाहिगुरु साहिब जी। ब्रह्म ज्ञानी कै इकै रंग, ब्रह्म ज्ञानी कै बसै प्रभ संग। ब्रह्म ज्ञानी कै इकै रंग। वाहिगुरु जी का खालसा, वाहिगुरु जी की फतेह। जुगो जुग अटल चौर छत्र तख्त ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਆਪਾਂ ਸਾਰੇ ਹੀ। ਸਤਿਗੁਰ ਨੇ ਕਿਰਪਾ ਕੀਤੀ, ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਰੱਬੀ ਬਾਣੀ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। संध्या वेले दे सुंदर दीवान सजे सोदा रहराज साहब जी के पाठ आप जी ने श्रवण कीते। उपरंत आरती आरता हर जस कीर्तन दे विच हाजरी भरी। चल रही लड़ीवार कथा विचार, सुखमणि सुख अमृत प्रभ नाम। भगत जना कै मन विश्राम। पवित्र गुरबाणी शहीदां दे सरताज, बाणी के बोहित धन गुरु अर्जन देव सच्चे पातशाह जी ने अपार बख्शिश रहमत करदियां होया गुरसिखां दे कल्याण हित उच्चारण कीती। इस पावन बाणी की लड़ीवार कथा विचार 8वीं अष्टपदी के उपर आपां पहुँच चुके हाँ। 8वीं अष्टपदी जिस विच ब्रह्म ज्ञानी की महिमा दसदे ने कि ब्रह्म ज्ञानी क्या किनू गया है। मन साचा मुख साचा सोए, अवर ना पेखै एकस बिन कोए। नानक ए लक्षण ब्रह्म ज्ञानी कोए। जिहड़ा अंदरों भी निर्मल है, उजला है, जिहड़ा बाहरों भी उजला है। ये नहीं कि जिन मन होर मुख होर से कांडे कच्चिया, वो गल नहीं। ਇਹ ਤਾਂ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਇਹ ਤਾਂ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰੱਤੇ ਹੋਏ ਨੇ, ਜੁੜੇ ਹੋਏ ਨੇ ਜਿਹੜੇ। ਸੋ ਐਸੇ ਬ੍ਰਹਮ ਗਿਆਨੀ ਤਤ ਬੇਤੇ ਜਿਨ੍ਹਾਂ ਨੇ ਆਪਣਾ ਸਵਾਸ ਸਵਾਸ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲਾ ਦਿੱਤਾ, ਉਸ ਵਾਹਿਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ। ऐसे ब्रह्म ज्ञानी तत्व बेतियां दे बाबत सतगुरु जी किरपा कर रहे हैं। उन्हां दे गुण, उन्हां दे चक्कर चिहन, उन्हां दे कर्म धर्म, वो सारे स्वरूप बहुत ही विस्तार सहित सतगुरु जी किरपा कर रहे हैं। 4 पदियां तक पिछे आपां विचार कर रहे हाँ।
ਪੰਜਵੇਂ ਪਦੇ ਤੋਂ ਅੱਗੇ ਵਿਚਾਰ ਆਰੰਭ ਹੈ। ਸਤਿਗੁਰੂ ਜੀ ਕਿਰਪਾ ਕਰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਸਾਡੇ ਮਨੁੱਖੀ ਕਲਿਆਣ ਹਿਤ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ, ਜਿਸ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਵਿਸ਼ੇ ਨੂੰ ਲੈ ਕਰਕੇ ਬੜੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ, ਸਾਨੂੰ ਸੋਝੀ ਆਵੇ। ਆਓ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ, ਵਿਚਾਰ ਆਰੰਭ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਕੈ ਏਕੈ ਰੰਗ। ਬ੍ਰਹਮ ਗਿਆਨੀ ਕੈ ਏਕੈ ਰੰਗ। ਦੁਨੀਆ ਤੇ ਬੜੇ ਤਰ੍ਹਾਂ ਦੇ ਰੰਗ ਨੇ, ਇੱਥੋਂ ਤੱਕ ਕਿ ਮਨੁੱਖਾਂ ਦੇ ਵੀ ਰੰਗ ਨੇ। ਜਾਤੀ ਤੌਰ ਤੇ 2-3 ਰੰਗ ਮੰਨੇ ਗਏ ਨੇ। ਕੋਈ ਪੱਕੇ ਰੰਗ ਵਾਲਾ, ਜਿਹਨੂੰ ਕਾਲਾ ਰੰਗ ਕਹਿੰਦੇ ਆ। ਆਮ ਇੰਡੀਅਨ ਜਿਹੜੇ ਨੇ ਕਣਕ ਭਿੰਨੇ ਰੰਗ, ਜਿਹਨੂੰ ਆਪਾਂ ਬਰਾਊਨ ਕਹਿੰਦੇ ਆ। ਇਸੇ ਤਰ੍ਹਾਂ ਗੋਰੇ ਨੇ। ਪਰ ਇੱਕ ਉਹ ਰੰਗ ਹੈ ਜੋ ਅਵਸਥਾ ਕਰਕੇ ਬਦਲਦਾ ਹੈ। ਦੁੱਖ ਦੇ ਸਮੇਂ ਦੇ ਵਿੱਚ ਦੁਖੀ ਹੋ ਜਾਣਾ, ਖੁਸ਼ੀ ਦੇ ਵਿੱਚ ਬਹੁਤੇ ਖੁਸ਼ ਹੋ ਜਾਣਾ। ਪਰ ਜੋ ਬ੍ਰਹਮ ਗਿਆਨੀ ਨੇ, ਨਾ ਤਾਂ ਦੁੱਖ ਕਰਕੇ ਉਹ ਟੁੱਟਦੇ ਨੇ ਤੇ ਨਾ ਹੀ ਸੁੱਖ ਦੇ ਵਿੱਚ ਪਰਮਾਤਮਾ ਨੂੰ ਭੁੱਲਦੇ ਨੇ। ਉਹਨਾਂ ਦੀ ਅਵਸਥਾ ਇੱਕ ਸਮਾਨ ਰਹਿੰਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਇਸ ਅਵਸਥਾ ਦੇ ਉੱਪਰੋਂ ਪਹੁੰਚ ਜਾਂਦੇ ਨੇ ਕਿ ਸੋਨਾ ਵੀ ਉਹਨਾਂ ਦੇ ਲਈ ਮਿੱਟੀ ਦੇ ਤੁੱਲ ਹੈ। ਐਸੇ ਜਿਹੜੇ ਬ੍ਰਹਮ ਗਿਆਨੀ ਨੇ, ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕੈ ਏਕੈ ਰੰਗ। ਉਹ ਤੇ ਇੱਕ ਰੰਗ ਦੇ ਵਿੱਚ, ਤੇ ਉਹ ਰੰਗ ਕਿਹੜਾ ਹੈ? ਉਹ ਨਾਮ ਰੰਗ। ਤੇ ਮਹਾਰਾਜ ਕਹਿਣ ਲੱਗੇ ਇਹ ਰੰਗ ਜਿਹਨੂੰ ਲੱਗਿਆ ਉਹ ਵਡਭਾਗਾ ਹੈ। ਲਾਲ ਰੰਗ ਜਿਸ ਕੋ ਲਾਗਾ ਸਹੀ ਵਡਭਾਗਾ। ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਨਾਮ ਰੰਗ ਲੱਗਾ। ਤੇ ਇਹ ਨਾਮ ਰੰਗ ਹੈ ਬ੍ਰਹਮ ਗਿਆਨੀਆਂ ਨੂੰ ਲੱਗਾ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਪ੍ਰਸ਼ਨ ਸੁਭਾਵ ਖੜਾ ਹੋਇਆ ਕਿ ਪ੍ਰਮਾਤਮਾ ਕਿੱਥੇ ਹੈ? ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਹੈ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਦੇ ਬਿਲਕੁਲ ਨਾਲ ਅੰਗ ਸੰਗ ਹਮੇਸ਼ਾ ਉਹ ਪ੍ਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਦਾ ਜਿਹੜਾ ਆਸਰਾ ਹੈ ਉਹ ਕੇਵਲ ਪ੍ਰਮਾਤਮਾ ਦਾ ਨਾਮ ਹੈ। ਸਾਡੇ ਲਈ ਦੁਨਿਆਵੀ ਆਸਰੇ ਨੇ। ਅਸੀਂ ਕਿਸੇ ਨਾ ਕਿਸੇ ਦੀ ਓਟ ਤੱਕਦੇ ਹਾਂ, ਕਿਸੇ ਬੰਦੇ ਦੀ ਓਟ ਤੱਕਦੇ ਹਾਂ, ਜਿਹਦੇ ਬਾਬਤ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਿਹਾ ਮਾਨੁ ਕੀ ਟੇਕ ਬਿਰਥੀ ਸਭ ਜਾਨ। ਪਰ ਫਿਰ ਵੀ ਸਾਡਾ ਖਿਆਲ ਉਧਰ ਨੂੰ ਜਾਂਦਾ ਹੈ। ਜੋ ਬ੍ਰਹਮ ਗਿਆਨੀ ਤਤ ਬੇਤੇ ਸਤਿਪੁਰਖ ਹੁੰਦੇ ਨੇ, ਉਹਨਾਂ ਨੂੰ ਆਸਰਾ ਕੇਵਲ ਪ੍ਰਮਾਤਮਾ ਦੇ ਨਾਮ ਦਾ ਹੀ ਹੁੰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਤੇ ਬ੍ਰਹਮ ਗਿਆਨੀ ਦਾ ਪਰਿਵਾਰ ਕਿਹੜਾ ਹੈ? ਸਾਡਾ ਪਰਿਵਾਰ ਹੈ, ਧੀਆਂ ਪੁੱਤ ਨੇ, ਭੈਣ ਭਾਈ ਹੈ, ਮਾਤਾ ਪਿਤਾ, ਚਾਚੇ ਤਾਏ, ਮਾਮੇ ਮਾਸੀ। ਬੜਾ ਲੰਬਾ ਪਰਿਵਾਰ ਹੈ, ਬੜਾ ਝਮੇਲਾ ਹੈ। ਪਰ ਉਹਨਾਂ ਸਾਧੂਆਂ ਦਾ ਪਰਿਵਾਰ ਕੇਵਲ ਨਾਮ ਹੈ। ਤੇ ਇਸੇ ਲਈ ਉਪਦੇਸ਼ ਵੀ ਇਹੋ ਹੀ, ਜੇ ਕੋਈ ਜਗਿਆਸੂ ਇਸ ਰਾਹ ਤੇ ਚੱਲਦਾ ਹੈ ਤੇ ਉਹਨਾਂ ਨੂੰ ਵੀ ਇਹੋ ਹੀ ਕਹਿੰਦੇ ਨੇ ਕਿ ਭਾਈ ਜੇ ਇਸ ਮਾਰਗ ਤੇ ਚੱਲਣਾ ਹੈ, ਸਾਰਿਆਂ ਤੋਂ ਪਾਸੇ ਹੋਣਾ ਪੈਣਾ। ਪਾਸੇ ਹੋਣ ਤੋਂ ਭਾਵ ਕਿ ਆਪਣੀ ਬਿਰਤੀ ਨੂੰ ਟਿਕਾਉਣਾ ਪੈਣਾ, ਕਿਉਂਕਿ ਬਹੁਤੇ ਝਮੇਲੇ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ। ਇਸੇ ਕਰਕੇ ਭਗਤ ਸਾਹਿਬਾਨ ਨੇ ਬੜਾ ਸੁੰਦਰ ਲਿਖਿਆ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ। ਜੇ ਕਿਸੇ ਸਾਧੂ ਮਹਾਤਮਾ ਨੂੰ ਮਿਲਣ ਜਾਣਾ ਹੈ ਤੇ ਫਿਰ ਨਾਲ ਨਹੀਂ ਆਪਣੇ ਕਿਸੇ ਨੂੰ ਬਹੁਤਾ ਲੈ ਕੇ ਜਾਣ ਦੀ ਲੋੜ ਹੁੰਦੀ। ਉਹ ਕਹਿਣ ਲੱਗੇ ਜੇ ਜਾਣਾ ਹੈ ਤੇ ਫਿਰ ਪਿੱਛੇ ਪੈਰ ਵੀ ਨਹੀਂ ਮੁੜਨੇ ਚਾਹੀਦੇ। ਫਿਰ ਤੇ ਆਗਿਆ ਹੋਏ ਸੋ ਹੋਏ, ਅੱਗੇ ਕੀ ਹੁੰਦਾ ਹੈ ਫਿਰ ਉਹ ਵੇਖਿਆ ਜਾਵੇ। ਸੋ ਇਸ ਤਰ੍ਹਾਂ ਦੱਸਦੇ ਨੇ ਕਿ ਬ੍ਰਹਮ ਗਿਆਨੀਆਂ ਦਾ ਜਿਹੜਾ ਪਰਿਵਾਰ ਹੈ, ਤਤ ਬੇਤੇ ਸਤਿਪੁਰਖਾਂ ਦਾ ਨਾਮ ਹੀ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਸਤਿਪੁਰਖ ਕਦੇ ਵੀ ਸੌਂਦੇ ਨਹੀਂ।
ਉਹ ਹਮੇਸ਼ਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ। ਇੱਕ ਨੀਂਦ ਹੈ ਜੋ ਸਰੀਰ ਸਵੇਰ ਤੋਂ ਸ਼ਾਮ ਤੱਕ ਕਾਰ ਵਿਹਾਰ ਕਰਦਿਆਂ ਥੱਕ ਜਾਂਦਾ ਹੈ, ਉਹ ਨੀਂਦ ਆਉਂਦੀ ਹੈ। 2 4 6 ਘੰਟੇ ਡਾਕਟਰ ਮੰਨਦੇ ਨੇ ਕਿ 6 ਘੰਟੇ ਸੌਣਾ ਜ਼ਰੂਰੀ ਹੈ ਦਿਨ ਦੇ ਵਿੱਚ। ਉਹ ਨੀਂਦ ਤੋਂ ਬਾਅਦ ਜਦੋਂ ਬੰਦਾ ਉੱਠਦਾ ਹੈ, ਸਰੀਰ ਬਿਲਕੁਲ ਨਰੋਆ ਤੰਦਰੁਸਤ ਹੁੰਦਾ ਹੈ, ਫਿਰ ਕਾਰ ਵਿਹਾਰ ਦੇ ਵਿੱਚ ਲੱਗ ਜਾਂਦਾ ਹੈ। ਪਰ ਇੱਕ ਨੀਂਦ ਐਸੀ ਹੈ ਜਿਹਨੂੰ ਪਾਤਸ਼ਾਹ ਨੇ ਕਿਹਾ ਅਵਿਦਿਆ ਦੀ ਨੀਂਦ, ਗਫਲਤ। ਉਹਦੇ ਵਿੱਚ ਜੀਵ ਇੰਨਾ ਕੁ ਜ਼ਿਆਦਾ ਖੁੱਭਿਆ ਪਿਆ ਹੈ, ਅੱਖਾਂ ਖੁੱਲੀਆਂ ਨੇ, ਦੇਖਣ ਨੂੰ ਜਾਗਦਾ ਲੱਗਦਾ ਹੈ ਪਰ ਉਹ ਖੁੱਲੀਆਂ ਨਹੀਂ, ਕਿਉਂਕਿ ਇਹਨਾਂ ਅੱਖਾਂ ਨੂੰ ਤੇ ਉਪਦੇਸ਼ ਇਹ ਸੀ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਜੇ ਦੇਖਣਾ ਹੈ ਤੇ ਇਹਨਾਂ ਅੱਖਾਂ ਦੇ ਨਾਲ ਕੇਵਲ ਪ੍ਰਮਾਤਮਾ ਦੇ ਦੀਦ ਕਰ, ਪ੍ਰਮਾਤਮਾ ਦੇ ਦਰਸ਼ਨ ਕਰ। ਪਰ ਇਹ ਤਾਂ ਸੰਸਾਰਕ ਧੰਦਿਆਂ ਦੇ ਵਿੱਚ ਇੰਨਾ ਕੁ, ਸੰਸਾਰਕ ਝਮੇਲਿਆਂ ਵਿੱਚ ਇੰਨਾ ਕੁ ਫਸਿਆ ਹੈ ਕਿ ਸੰਸਾਰ ਦੀਆਂ ਜਿਹੜੀਆਂ ਨਾਸ਼ਵੰਤ ਵਸਤੂਆਂ ਨੇ ਉਹਨਾਂ ਦੇ ਉੱਪਰ ਹੀ ਲੁਭਾਏਮਾਨ ਹੋ ਕਰਕੇ ਰਹਿ ਗਿਆ ਹੈ। ਬਾਬਾ ਫਰੀਦ ਸਾਹਿਬ ਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਬੜਾ ਸੋਹਣਾ ਕਰਕੇ ਦੇਖ ਰਿਹਾ ਨਾ, ਜਿਨ੍ਹਾਂ ਦੇ ਉੱਪਰ ਤੇਰੀਆਂ ਅੱਖਾਂ ਮੋਹਿਤ ਗਈਆਂ, ਤੇ ਬਾਬਾ ਸਾਹਿਬ ਕਹਿੰਦੇ ਇਹ ਵਿਸ ਗੰਦਲਾਂ ਭਰੀਆਂ ਖੰਡ ਲਿਵਾੜ, ਇਹ ਤੇ ਜ਼ਹਿਰ ਦੀਆਂ ਗੰਦਲਾਂ ਨੇ ਜਿਨ੍ਹਾਂ ਨੂੰ ਤੂੰ ਦੇਖ ਰਿਹਾ। ਇਹ ਸੰਸਾਰ ਨਾਸ਼ਵਾਨ ਹੈ, ਪਰ ਜਿਹੜੇ ਬ੍ਰਹਮ ਗਿਆਨੀ ਤਤਵੇਤੇ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਇਸ ਤਰ੍ਹਾਂ ਅਭੇਦ ਹੁੰਦੇ ਹਨ ਕਿ ਉਹ ਹਮੇਸ਼ਾ ਹੀ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਕੰਨ, ਉਹਨਾਂ ਦੇ ਕਰਮ ਇੰਦਰੇ, ਉਹਨਾਂ ਦੇ ਗਿਆਨ ਇੰਦਰੇ ਹਮੇਸ਼ਾ ਹੀ ਵਾਹਿਗੁਰੂ ਨੂੰ ਸਮਰਪਿਤ ਹੁੰਦੇ ਨੇ। ਭਾਈ ਵੀਰ ਸਿੰਘ ਉਹਨਾਂ ਨੇ ਬੜਾ ਸੁੰਦਰ ਲਿਖਿਆ। ਕਹਿਣ ਲੱਗੇ ਕਿਸੇ ਜਗਿਆਸੂ ਨੇ ਪ੍ਰਸ਼ਨ ਪੁੱਛਿਆ ਕਿ ਨਾਮ ਕਿਵੇਂ ਜਪੀਏ, ਨਾਮ ਜਪਣ ਦੀ ਕੋਈ ਵਿਧੀ ਦੱਸੋ। ਤੇ ਉਹ ਕਹਿਣ ਲੱਗੇ ਗੁਰਮੁਖੋ, ਨਾਮ ਜਪਣ ਦੀ ਵਿਧੀ ਕੋਈ ਪ੍ਰਮਾਤਮਾ ਨੇ ਸਾਨੂੰ ਕੋਈ ਐ ਘੜ ਕੇ ਨਹੀਂ ਦੱਸੀ। ਇਹਦੇ ਲਈ ਸਾਡੇ ਮਨ ਨੂੰ ਢਾਲਣਾ ਪਵੇਗਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਸ ਪੰਕਤੀ ਦਾ ਉਦਾਹਰਨ ਲੈ ਕੇ ਭਾਈ ਸਾਹਿਬ ਜੀ ਦੱਸਦੇ ਨੇ, ਕਹਿਣ ਲੱਗੇ ਗੁਰਮੁਖੋ ਇਹ ਗੱਲ ਪੱਲੇ ਬੰਨੋ, ਜਿੰਨੇ ਵੀ ਜੀਵ ਜੰਤੂ ਪਸ਼ੂ ਪਰਿੰਦੇ ਪੰਛੀ ਨੇ ਉਹ ਵਾਹਿਗੁਰੂ ਦਾ ਨਾਮ ਜਪਦੇ ਨੇ, ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੁਝ ਵੀ ਨਹੀਂ ਕਹਿੰਦੇ। ਤੇ ਤੁਸੀਂ ਤੇ ਸਾਰੀ ਜ਼ਿੰਦਗੀ ਊਲ ਜਲੂਲ ਬੋਲਣ ਦੇ ਵਿੱਚ ਹੀ ਲੰਘਾ ਦਿੱਤੀ ਹੈ। ਹਾਂ, ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਹੈ, ਤੁਸੀਂ ਪੰਛੀ ਦੀ ਆਵਾਜ਼ ਸੁਣੋ, ਉਹ 'ਚੋਂ ਮਹਿਸੂਸ ਕਰੋ ਵਾਹਿਗੁਰੂ ਕਹਿ ਰਹੇ ਨੇ। ਤੁਸੀਂ ਕਿਸੇ ਪਸ਼ੂ ਦੀ ਆਵਾਜ਼ ਸੁਣੋ, ਉਹ ਜੋ ਕਹਿ ਰਹੇ ਨੇ ਤੁਸੀਂ ਮਹਿਸੂਸ ਕਰੋ ਕਿ ਉਹ ਵਾਹਿਗੁਰੂ ਦਾ ਨਾਮ ਲੈ ਰਹੇ ਨੇ। ਇੱਥੋਂ ਤੱਕ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਜੇ ਸੜਕ ਦੇ ਉੱਪਰ ਕੋਈ ਸਾਧਨ ਜਾ ਰਿਹਾ ਹੈ, ਰੇਲ ਗੱਡੀ ਜਾ ਰਹੀ ਹੈ, ਉਹਨਾਂ ਦੇ ਚੱਕਿਆਂ ਦੀ ਆਵਾਜ਼ ਆ ਰਹੀ ਹੈ, ਤੁਸੀਂ ਮਹਿਸੂਸ ਇਹ ਕਰਨਾ ਕਿ ਉਹਦੇ ਵਿੱਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ। ਇਉਂ ਜਦੋਂ ਨਿੱਕੀ ਨਿੱਕੀ ਕਣੀ ਦੇ ਵਿੱਚ, ਨਿੱਕੇ ਨਿੱਕੇ ਰੂਪ ਦੇ ਵਿੱਚ ਉਸ ਵਾਹਿਗੁਰੂ ਨੂੰ ਵੇਖਿਆ ਜਾਵੇ ਤਾਂ ਫਿਰ ਉਸ ਵਾਹਿਗੁਰੂ ਦੇ ਨਾਲ ਲਿਵ ਲੱਗ ਜਾਂਦੀ ਹੈ। ਇਹ ਬ੍ਰਹਮ ਗਿਆਨੀ ਤਤਵੇਤਿਆਂ ਦੀ ਅਵਸਥਾ ਹੈ, ਉਹ ਸਦਾ ਹੀ ਜਾਗਦੇ ਰਹਿੰਦੇ ਨੇ। ਇਹ ਜਾਗਰਤ ਅਵਸਥਾ ਦੀ ਇੱਕ ਨਿਸ਼ਾਨੀ ਹੈ ਕਿ ਹਰ ਇੱਕ ਕਣ ਦੇ ਵਿੱਚੋਂ, ਹਰ ਇੱਕ ਰੂਪ ਦੇ ਵਿੱਚੋਂ, ਹਰ ਇੱਕ ਰੰਗ ਦੇ ਵਿੱਚੋਂ, ਹਰ ਬਨਸਪਤੀ ਵਿੱਚੋਂ, ਹਰ ਪਸ਼ੂ ਵਿੱਚੋਂ, ਪੰਛੀ ਵਿੱਚੋਂ ਪਰਮਾਤਮਾ ਨੂੰ ਵੇਖਣਾ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਅਹੰ ਬੁੱਧ, ਅਹੰ ਦਾ ਅਰਥ ਹੁੰਦਾ ਹੈ ਹੰਕਾਰ, ਖੋਟੀ ਬੁੱਧੀ, ਉਹਨੂੰ ਤਿਆਗ ਦਿੰਦੇ ਨੇ। ਉਹਨਾਂ ਦੇ ਅੰਦਰ ਕੋਈ ਵੀ ਖਟਿਆਈ ਨਹੀਂ ਹੁੰਦੀ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਪਰਮ ਆਨੰਦ, ਵੱਡਾ ਆਨੰਦ ਜੋ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਕਿਉਂਕਿ ਮਨ ਦੇ ਵਿੱਚ ਟਿਕਾ ਹੈ, ਮਨ ਦੇ ਅੰਦਰੋਂ ਜਿੰਨੇ ਵੀ ਵਿਕਾਰੀ ਬਿਰਤੀਆਂ ਨੇ ਉਹ ਖੀਨ ਹੋ ਚੁੱਕੀਆਂ ਨੇ। ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਇਸ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਹੋ ਚੁੱਕੀ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਕੈ ਘਰ, ਹੁਣ ਬੜਾ ਟੇਢਾ ਸਵਾਲ ਹੈ ਕਿ ਇੱਕ ਪਾਸੇ ਤੇ ਬ੍ਰਹਮ ਗਿਆਨੀ ਦਾ ਜਿਹੜਾ ਪਰਿਵਾਰ ਹੈ ਨਾਮ ਹੈ, ਤੇ ਫਿਰ ਇੱਥੇ ਆਇਆ ਕਿ ਬ੍ਰਹਮ ਗਿਆਨੀ ਦੇ ਘਰ ਵਿੱਚ ਸਦਾ ਹੀ ਆਨੰਦ ਰਹਿੰਦਾ ਹੈ, ਸਦਾ ਹੀ ਖੁਸ਼ੀਆਂ ਰਹਿੰਦੀਆਂ, ਸਦਾ ਹੀ ਚਾਅ ਰਹਿੰਦੇ ਨੇ। ਉਹ ਕਿਹੜਾ ਘਰ ਹੈ? ਉਹ ਘਰ ਹੈ ਸਰੀਰ, ਹਿਰਦਾ,
ਅੰਤਸ਼ਕਰਨ, ਉਹਨਾਂ ਦੇ ਅੰਤਸ਼ਕਰਨ ਕਿਸੇ ਤਰ੍ਹਾਂ ਦਾ ਪਛਚਾਤਾਪ ਨਹੀਂ, ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ, ਕਿਸੇ ਨਾਲ ਈਰਖਾ ਨਹੀਂ, ਕੋਈ ਝਗੜਾ ਨਹੀਂ, ਕੋਈ ਕਲੇਸ਼ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਨਾ ਕਿਸੇ ਨੂੰ ਡਰ ਦੇਣਾ, ਨਾ ਕਿਸੇ ਦਾ ਡਰ ਮੰਨਣਾ। ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਵਿਚਰਨ ਵਾਲੇ ਜਿਹੜੇ ਸਾਧੂ ਹੁੰਦੇ ਨੇ, ਜਿਹਨੂੰ ਮੌਜੀ ਕਹਿੰਦੇ ਨੇ, ਮੌਜ ਵਿੱਚ ਰਹਿੰਦੇ ਨੇ, ਉਤੇ ਬੇਪਰਵਾਹ ਸਦਾ ਰੰਗ ਹਰਕੈ, ਉਤੇ ਬੇਪਰਵਾਹ ਰਹਿੰਦੇ ਨੇ। ਜਾ ਕਾ ਪਾਕ ਸੁਆਮੀ, ਉਹਨਾਂ ਦਾ ਮਾਲਕ ਹੈ, ਇਸ ਕਰਕੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਇਸ ਕਰਕੇ ਉਹਨਾਂ ਦਾ ਜਿਹੜਾ ਅੰਤਸ਼ਕਰਨ ਹੈ ਉਹੋ ਹੀ ਉਹਨਾਂ ਦਾ ਘਰ ਹੈ ਤੇ ਹਮੇਸ਼ਾ ਹੀ ਆਨੰਦਮਈ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਤੇ ਆਪਣੇ ਇਸ ਘਰ ਦੇ ਵਿੱਚ ਬ੍ਰਹਮ ਗਿਆਨੀ ਤਤ ਬੇਤੇ ਸਾਧੂ ਜਨ ਬੜੇ ਹੀ ਸੁਖ ਦੇ ਨਾਲ, ਬੜੇ ਹੀ ਸਹਿਜ ਦੇ ਨਾਲ ਟਿਕਾਣਾ ਕਰੀ ਬੈਠੇ ਨੇ, ਨਿਵਾਸ ਕਰੀ ਬੈਠੇ ਨੇ। ਭਾਵ ਉਹਨਾਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ, ਉਹ ਜੰਗਲਾਂ ਦੇ ਵਿੱਚ ਨਹੀਂ ਭਟਕਦੇ, ਉਹ ਬਾਹਰ ਧੂਣੀਆਂ ਤਾ ਕੇ ਨਹੀਂ ਬਹਿੰਦੇ, ਕਿਉਂਕਿ ਉਹਨਾਂ ਨੇ ਆਪਣੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ ਉਹਨਾਂ ਨੇ ਦੇਖ ਲਿਆ ਕਿ ਰੱਬ ਕਿਤੇ ਬਾਹਰ ਨਹੀਂ, ਉਹ ਤੇ ਅੰਦਰ ਹੈ। ਤੇ ਇਸ ਸਭ ਤੋਂ ਨੇੜੇ ਆਪਣੇ ਪ੍ਰਮਾਤਮਾ ਨੂੰ ਵੇਖ ਕੇ ਉਸੇ ਦੀ ਹੀ ਸੇਵਾ ਦੇ ਵਿੱਚ ਮਗਨ ਹਨ। ਇਸ ਲਈ ਸੁਖ ਸਹਿਜ ਆਨੰਦ ਸੇਤੀ ਵਸ ਰਹੇ ਹਨ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਬ੍ਰਹਮ ਗਿਆਨੀ ਤਤ ਬੇਤੇ ਸਾਧੂ ਮਹਾਤਮਾਵਾਂ ਨੂੰ ਵਡਿਆਈਆਂ ਬਖਸ਼ ਰਹੇ ਹਨ। ਨਹੀਂ ਵਿਨਾਸ਼, ਉਹਨਾਂ ਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਉਹ ਕਦੇ ਵੀ ਇਸ ਸੰਸਾਰ ਤੋਂ ਮਰ ਕੇ ਨਹੀਂ ਜਾਂਦੇ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਹੁਣ ਬ੍ਰਹਮ ਕੀ ਹੈ? ਪਹਿਲਾਂ ਬ੍ਰਹਮ ਹੈ ਤੇ ਫਿਰ ਜਦੋਂ ਉਸ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਤੇ ਬ੍ਰਹਮ ਤੋਂ ਬਣਿਆ ਬ੍ਰਹਮ ਗਿਆਨੀ। ਬ੍ਰਹਮ ਕੀ ਹੈ? ਬ੍ਰਹਿਮੰਡ। ਬ੍ਰਹਿਮੰਡ ਕੀ ਹੈ? ਪ੍ਰਮਾਤਮਾ ਦੀ ਇੱਕ ਬਣਾਈ ਹੋਈ ਸ੍ਰਿਸ਼ਟੀ ਹੈ, ਇੱਕ ਉਸ ਵਾਹਿਗੁਰੂ ਦਾ ਸਰੂਪ ਹੈ। ਹੁਣ ਇਹ ਸਾਰੇ ਬ੍ਰਹਿਮੰਡ ਦੇ ਵਿੱਚ, ਕਿਉਂਕਿ ਉਸ ਪਰਮਾਤਮਾ ਦੀ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਇਸ ਅਵਸਥਾ ਨੂੰ ਸਮਝ ਲਿਆ, ਇਸ ਗਿਆਨ ਨੂੰ ਆਪਣੇ ਪੱਲੇ ਬੰਨ ਲਿਆ, ਇਹੋ ਹੀ ਬ੍ਰਹਮ ਦਾ ਗਿਆਨ ਹੈ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਸ ਵਾਹਿਗੁਰੂ ਦੇ ਨਾਮ ਤੋਂ ਬਗੈਰ ਤੇ ਹੋਰ ਕੋਈ ਬੋਲਦਾ ਹੀ ਨਹੀਂ। ਜਦੋਂ ਇਹ ਸੋਝੀ ਹੋ ਗਈ ਤੇ ਉਸ ਬ੍ਰਹਮ ਦਾ ਇਹ ਸਪੈਸ਼ਲ ਵਿਸ਼ੇਸ਼ ਜੋ ਗਿਆਨ ਹੈ ਜਦੋਂ ਹੋਇਆ ਤੇ ਉਹ ਬ੍ਰਹਮ ਗਿਆਨੀ। ਬੇਤਾ ਤੋਂ ਭਾਵ ਜਾਣਕਾਰ, ਇਉਂ ਬ੍ਰਹਮ ਦਾ ਗਿਆਨ ਜਾਣਨ ਵਾਲਾ ਹੀ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਦਾ ਹਮੇਸ਼ਾ ਪ੍ਰੇਮ ਕੇਵਲ ਇੱਕ ਦੇ ਨਾਲ ਹੈ ਤੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕੈ ਹੋਏ ਅਚਿੰਤ। ਆਪਾਂ ਸਾਰੇ ਚਿੰਤਾ ਦੇ ਵਿੱਚ ਹਾਂ। ਬੜੇ ਤਰ੍ਹਾਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਸਾਨੂੰ ਗ੍ਰਸ ਲੈਂਦੀਆਂ ਨੇ, ਕਿਉਂਕਿ ਸੰਸਾਰਕ ਕਾਰ ਵਿਹਾਰ ਦੇ ਵਿੱਚ ਇਸ ਤਰ੍ਹਾਂ ਫਸੇ ਹੋਏ ਹਾਂ। ਇੱਕ ਕਾਰਜ ਅੜਿਆ ਹੁੰਦਾ ਹੈ, ਉਹਦੇ ਲਈ ਗੁਰੂ ਅੱਗੇ ਅਰਦਾਸਾਂ ਕਰਦੇ ਹਾਂ ਕਿ ਸਤਿਗੁਰੂ ਜੀ ਆਹ ਕਾਰਜ ਹੋ ਜਾਵੇ। ਉਹ ਕਾਰਜ ਹੁੰਦਾ ਹੈ, ਥੋੜਾ ਰਿਲੈਕਸ ਹੁੰਦੇ ਆ, ਫਿਰ ਨਵਾਂ, ਫਿਰ ਉਸੇ ਤਰ੍ਹਾਂ ਚਿੰਤਾ। ਬ੍ਰਹਮ ਗਿਆਨੀ ਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਇਸ ਕਰਕੇ ਉਹ ਅਚਿੰਤ ਰਹਿੰਦੇ ਨੇ। ਕਿਸੇ ਤਰ੍ਹਾਂ ਦੀ ਚਿੰਤਾ ਉਹਨਾਂ ਨੂੰ ਨਹੀਂ ਸਤਾਉਂਦੀ ਹਮੇਸ਼ਾ, ਕਿਉਂਕਿ ਵਾਹਿਗੁਰੂ ਦਾ ਨਾਮ ਜਪਣਾ, ਹਮੇਸ਼ਾ ਵਾਹਿਗੁਰੂ ਦੇ ਨਾਲ ਜੁੜੇ ਰਹਿਣਾ, ਇਹੋ ਹੀ ਉਹਨਾਂ ਦਾ ਧਨ ਹੈ, ਇਹੋ ਹੀ ਕਾਰ ਵਿਹਾਰ, ਇਹੋ ਹੀ ਓਟ ਆਸਰਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਮੰਤ ਤੋਂ ਅਰਥ ਹੁੰਦਾ ਹੈ ਮੰਤਰ, ਤੇ ਮੰਤਰ ਦਾ ਹੀ ਜੇ ਆਪਾਂ ਅੱਗੇ ਭਾਵ ਅਰਥ ਵੇਖਿਆ ਜਾਵੇ ਕਿ ਉਹਨਾਂ ਦੇ ਹਿਰਦੇ ਚੋਂ ਜਿਹੜੇ ਨਿਕਲੇ ਹੋਏ ਜਿਹੜੇ ਬੋਲ ਨੇ, ਜਿਹੜੀ ਉਹਨਾਂ ਦੀ ਬਾਣੀ ਹੈ, ਬਾਣੀ ਸੰਸਕ੍ਰਿਤ ਸ਼ਬਦ ਹੈ, ਬਾਣੀ ਤੋਂ ਬਾਣੀ ਸ਼ਬਦ ਬਣਿਆ, ਜਿਹੜੇ ਉਹਨਾਂ ਦੇ ਬੋਲ ਨੇ, ਬਾਣੀ ਹੈ, ਉਹ ਨਿਰਮਲ ਹੈ। ਉਹ ਜਦੋਂ ਬੋਲਦੇ ਨੇ ਬਹੁਤ ਹੀ ਮਿਠਾਸ ਭਰੀ ਹੁੰਦੀ, ਕਿਉਂਕਿ ਉਹਦੇ ਵਿੱਚ ਉਸ ਬ੍ਰਹਿਮੰਡੀ ਗਿਆਨ ਦਾ ਉਹ ਸਾਰਾ ਰਿਸ਼ਮਾ ਝਰ ਰਿਹਾ ਹੁੰਦਾ ਹੈ, ਗਿਆਨ ਦਾ ਸੋਮਾ ਹੁੰਦਾ ਹੈ। ਇਉਂ ਦੱਸਦੇ ਨੇ ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਉਹਨਾਂ ਦੇ ਜਿਹੜੇ ਬੋਲ ਨੇ ਬੜੇ ਹੀ ਪਵਿੱਤਰ ਉਜਲੇ ਹੁੰਦੇ ਹਨ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਕਹਿਣ ਲੱਗੇ ਉਹੋ ਹੀ ਬ੍ਰਹਮ ਗਿਆਨੀ ਹੈ ਜਿਸ ਕਰੈ ਪ੍ਰਭ ਆਪ, ਜਿਸ ਦੇ ਉੱਪਰ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰ ਦਵੇ।
ਬ੍ਰਹਮ ਦੀ ਸੋਝੀ ਕਰਾ ਦੇਵੇ, ਬ੍ਰਹਮ ਦਾ ਗਿਆਨ ਕਰਾ ਦੇਵੇ, ਉਹ ਹੀ ਅਸਲ ਵਿੱਚ ਬ੍ਰਹਮ ਗਿਆਨੀ ਹੈ। ਨਹੀਂ ਤੇ ਦੁਨੀਆ ਦੇ ਵਿੱਚ ਆਪਣੇ ਨਾਮ ਦੇ ਨਾਲ ਬੜਿਆਂ ਨੇ ਬ੍ਰਹਮ ਗਿਆਨੀ ਸ਼ਬਦ ਲਾ ਲਿਆ, ਬੜਿਆਂ ਨੇ ਸੰਤ ਸ਼ਬਦ ਲਾ ਲਿਆ। ਮਾਫ ਕਰਨਾ, ਬੜੇ ਤਤਵੇ ਤੇ ਸਾਧੂ ਵੀ ਮਹਾਤਮਾ ਨੇ ਸੰਸਾਰ ਦੇ ਵਿੱਚ, ਜਿਨ੍ਹਾਂ ਨੇ ਬੜਾ ਤਪ ਤੇਜ ਕੀਤਾ, ਬੜੀ ਬੰਦਗੀ ਕੀਤੀ, ਦੁਨੀਆ ਯਾਦ ਕਰਦੀ ਹੈ। ਪਰ ਬੜੇ ਐਸੇ ਨੇ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਇਹ ਤਖੱਲਸ ਜੋੜ ਲਏ, ਕਿਉਂਕਿ ਇਹ ਤੇ ਗੁਰੂ ਦੀ ਬਖਸ਼ਿਸ਼ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਉਹੋ ਹੀ ਬ੍ਰਹਮ ਗਿਆਨੀ ਹੈ। ਜਿਹਨੂੰ ਗੁਰੂ ਕਿਰਪਾ ਕਰ ਦੇਵੇ, ਜਿਹਨੂੰ ਗੁਰੂ ਬਖਸ਼ਿਸ਼ ਕਰ ਦੇਵੇ, ਉਹ ਬ੍ਰਹਮ ਗਿਆਨੀ ਹੈ। ਨਾਮ ਤੇ ਕੋਈ ਵੀ ਲਵਾ ਲਵੇ। ਇਉਂ ਦੱਸਦੇ ਹਨ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਐਸੇ ਬ੍ਰਹਮ ਗਿਆਨੀਆਂ ਦਾ ਜਿਹੜਾ ਪ੍ਰਤਾਪ ਹੈ, ਤੇਜ ਪ੍ਰਤਾਪ ਬਹੁਤ ਜ਼ਿਆਦਾ ਹੁੰਦਾ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਐਸੇ ਬ੍ਰਹਮ ਗਿਆਨੀਆਂ ਦਾ ਜਿਹੜਾ ਦਰਸ਼ਨ ਹੈ ਉਹ ਵੀ ਵੱਡਿਆਂ ਭਾਗਾਂ ਦੇ ਨਾਲ ਹੁੰਦਾ ਹੈ। ਬੜੇ ਤਤ ਬੇਤੇ ਸਾਧੂ ਹੋਏ ਹਨ। ਆਪ ਜੀ ਵੀ ਕਥਾ ਵਿਚਾਰ ਦੇ ਰਾਹੀਂ ਸਮੇਂ-ਸਮੇਂ ਸਿਰ ਐਸੇ ਤਤ ਬੇਤੇ ਸਾਧੂ ਮਹਾਤਮਾਵਾਂ ਦੀਆਂ ਕਥਾ ਵਿਚਾਰਾਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਹੋਰ ਵੀ ਸੰਤ ਬਾਬਾ ਜਵਾਲਾ ਸਿੰਘ ਜੀ, ਬੜੇ ਮਹਾਂਪੁਰਖ ਨੇ। ਹੋਰ ਵੀ ਸਾਧੂ ਮਹਾਤਮਾਵਾਂ ਸੰਸਾਰ ਦੇ ਵਿੱਚ ਬੜੇ ਨੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਿੱਤਾ, ਪੰਥ ਨੂੰ ਸਮਰਪਿਤ ਕਰ ਦਿੱਤਾ। ਇਸੇ ਲਈ ਉਹਨਾਂ ਨੂੰ ਦੁਨੀਆ ਹਮੇਸ਼ਾ ਯਾਦ ਕਰਦੀ ਹੈ, ਚੇਤੇ ਕਰਦੀ ਹੈ। ਸੋ ਐਸੇ ਜਿਹੜੇ ਤਤ ਵੇਤੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦੇ ਦਰਸ਼ਨ ਵੀ ਵੱਡਿਆਂ ਭਾਗਾਂ ਨਾਲ ਹੁੰਦੇ ਹਨ। ਬ੍ਰਹਮ ਗਿਆਨੀ ਕਾ ਬਲ ਬਲ ਜਾਈਐ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਐਸੇ ਸਾਧੂ ਮਹਾਤਮਾਵਾਂ ਤੋਂ ਵਾਰ-ਵਾਰ ਕੁਰਬਾਨ ਜਾਈਏ, ਬਲ ਜਾਈਏ, ਵਾਰ-ਵਾਰ ਕੁਰਬਾਨ ਜਾਈਏ। ਬ੍ਰਹਮ ਗਿਆਨੀ ਕਾ ਖੋਜਹਿ ਮਹੇਸ਼ਵਰ। ਮਹੇਸ਼ਵਰ ਸਾਰੇ ਦੇਵਤਿਆਂ ਦਾ ਦੇਵਤਾ, ਵੱਡੇ ਦੇਵਤੇ ਜਿਹੜੇ ਨੇ, ਤਿੰਨ ਵੱਡੀਆਂ ਸ਼ਕਤੀਆਂ ਸਨਾਤਨ ਮਤ ਦੇ ਅਨੁਸਾਰ ਮੰਨੀਆਂ ਜਾਂਦੀਆਂ ਆ ਰਹੀਆਂ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਤਿੰਨਾਂ ਦਾ ਜ਼ਿਕਰ ਕੀਤਾ ਗਿਆ ਜੀ, ਜਿਹਨੂੰ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਕਿਹਾ ਜਾਂਦਾ ਹੈ। ਸਨਾਤਨ ਮਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਸੰਸਾਰ ਦੀ ਉਤਪਤੀ ਕਰਦਾ ਹੈ, ਵਿਸ਼ਨੂੰ ਸਾਰਿਆਂ ਨੂੰ ਪਾਲਦਾ ਹੈ, ਅੰਨ ਦਿੰਦਾ ਹੈ, ਤੇ ਸ਼ਿਵ ਜੀ ਦੀ ਡਿਊਟੀ ਲੱਗੀ ਹੋਈ ਹੈ ਕਾਲ ਦੀ ਬਾਣ ਖਤਮ ਕਰਨਾ, ਨਾਸ਼ ਕਰਨਾ। ਪਰ ਅਗਲੇ ਬਚਨ ਬੜੇ ਖੂਬਸੂਰਤ ਨੇ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਤਿੰਨੋਂ ਆਜ਼ਾਦ ਨਹੀਂ, ਇਹ ਤਿੰਨਾਂ ਦੀਆਂ ਡਿਊਟੀਆਂ ਨੇ। ਮੈਨੇਜਰ ਨੇ, ਮਾਲਕ ਕੋਈ ਹੋਰ ਹੈ, ਉਸ ਮਾਲਕ ਦਾ ਕਾਰ ਵਿਹਾਰ ਸਾਂਭ ਰਹੇ ਨੇ। ਫਿਰ ਖਿਆਲ ਕਰਿਓ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ। ਤਿਸ ਕੌਣ ਹੈ? ਪਰਮਾਤਮਾ। ਤਿਵੈ ਚਲਾਵੈ, ਉਸੇ ਤਰ੍ਹਾਂ ਚਲਾਉਂਦੇ ਨੇ ਇਹਨਾਂ ਨੂੰ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਜਿਵੇਂ ਉੱਪਰੋਂ ਫੁਰਮਾਨ ਆਉਂਦਾ ਹੈ। ਇਸ ਕਰਕੇ ਇਹ ਤਿੰਨ ਰੱਬ ਨਹੀਂ, ਇਹ ਰੱਬ ਦੇ ਅੱਗੇ ਤਿੰਨ ਮੈਨੇਜਰ ਨੇ। ਜੇ ਸਮਝਣਾ ਹੋਵੇ ਤਾਂ ਇਹ ਸਾਰੇ ਸੰਸਾਰ ਨੂੰ ਚਲਾ ਰਹੇ ਨੇ, ਸਾਰੀ ਕਾਰ ਵਿਹਾਰ ਨੂੰ ਚਲਾ ਰਹੇ ਨੇ। ਸੋ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਬ੍ਰਹਮ ਗਿਆਨੀ ਨੇ, ਮਹੇਸ਼ਵਰ, ਦੇਵਤਿਆਂ ਦੇ ਦੇਵਤੇ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਨੇ। ਇੱਕ ਘਟਨਾ ਯਾਦ ਆਈ, ਇੱਕ ਪੰਡਤ ਵਿਚਾਰ ਕਰਦਾ ਕਰਦਾ ਇਹ ਸਿੱਟੇ ਤੇ ਪਹੁੰਚਿਆ ਕਿ ਜਿਹੜਾ ਗਿਆਨਵਾਨ ਪੁਰਸ਼ ਹੁੰਦਾ ਹੈ, ਜਿੰਨਾ ਸਮਾਂ ਉਹ ਜਾਗਦਾ ਹੈ ਉਹਨਾਂ ਸਮਾਂ ਗਿਆਨ ਹੈ, ਜਦੋਂ ਸੌਂ ਜਾਂਦਾ ਹੈ ਉਦੋਂ ਤੇ ਆਮ ਮਨੁੱਖ ਵਰਗਾ ਹੋ ਜਾਂਦਾ ਹੈ। ਉਹਦਾ ਬੱਚਾ ਜੋ ਕਿ ਬੜੇ ਉਹਨੇ ਤਪੱਸਿਆ ਕਰਕੇ, ਬੜੇ ਯੱਗ ਕਰਕੇ ਲਿਆ ਸੀ, ਉਹ ਪਿੰਗਲਾ ਸੀ, ਟੁੰਡਾ ਸੀ, ਉਹਦੀਆਂ ਬਾਹਾਂ ਨਹੀਂ ਸਨ। ਉਹ ਕਹਿਣ ਲੱਗਾ, ਨਹੀਂ ਪਿਤਾ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਦੋਂ ਜੀਵ ਸਤੋ ਗੁਣ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਉਦੋਂ ਗਿਆਨ ਸਹਿਤ ਹੋ ਜਾਂਦਾ ਹੈ। ਹੁਣ ਸਭਾ ਦੇ ਵਿੱਚ ਪੰਡਤ ਨੇ ਆਪਣੀ ਨਰਾਦਰੀ ਸਮਝੀ ਕਿ
मेरे सामने बोल रहा है, संगत के सामने बोल रहा है, मेरे टुकड़ ते पालन वाला मैनू ही चैलेंज कर रहा है, मैं एडा वड्डा ज्ञाता हाँ। ये सोच के पंडित अपने उस लड़के नूं जंगल दे विच सुट आउंदा है। हुण क्योंकि कई बार पिछले कर्म उजागर होंदे ने, पिछले कर्मां दे विच बड़ा तपस्वी सी, बड़ा तप सी उस बच्चे का, जिस जंगल दे विच उहनूं सुट के आए, सुक्का जंगल हरिया भरिया हो गया, पशु पंछी परिंदे भी उहदी सेवा दे विच हाजिर हो गए, फल तोड़ के उहदे अगे सुट जाया करन, वो चुक के अपने टुंड दे नाल खा लिया करे। एक दिन सुभावक ही नारद मुनि उधर चलिया आया, आ करके दर्शन कीते ते कहण लगे मैनू पछाणिया, कहण लगा हाँ तू नारद मुनि है। वो बड़ा हैरान होया कि बच्चे नूं सब पता है। कहण लगा वर मंग, मैं तेरे ते खुश हाँ। वो कहण लगे वर कैसा दवेगा, मेरे कर्मां नूं वेख के वर दवेगा कि जां वैसे। नारद मुनि समझ गया कि गल डूंगी कीती है। कहण लगा जी मैं सोच के आउणा है। ये सोच के नारद मुनि वड्डियां देवतियां दे कोले ब्रह्मा विष्णु शिव जी इंद्र तक गया, विचार कीती, सारे देवते आए चल करके। कले कले देवते ने फिर उसे तरह सवाल किया कि तेरे ते प्रसन्न हाँ, तू वर मंग। वो कहने लगा मेरे कर्मानुसार वर दोगे या वैसे बख्शिश करोगे। कले कले ने उसे तरह जवाब दिता। वो बड़े प्रसन्न हुए, कहने लगे कि तेरे कर्मा करके तेनू आ जन्म दे विच ये सब कुछ भोगना पिया, इसे करके तू जंगल विच बैठा है, पर पिछले जन्म दे विच तू ब्रह्म ज्ञानी तत्त स्वरूप सी, असीं भी तेरे दर्शनां नूं लोचदे हां। उन्हां ने फिर वर दिता, उहदियां बाहां ठीक होईयां। जदों इह गल दा पता उहदे पिता नूं लगया, वो अपने घरों चल के जंगल दे विच आ करके अपने कीते गुनाह पाप दी माफ़ी मंगी। सो इउं ब्रह्म ज्ञानी किसी भी स्वरूप दे विच हुंदा है। देवते भी उहदे दर्शनां नूं लोचदे हन। ब्रह्म ज्ञानी को खोजा है महेश्वर। वड्डे वड्डे जिहड़े इंद्र वर्गे देवते ने वो भी ब्रह्म ज्ञानियां नूं खोजदे हन, लभदे हन। नानक ब्रह्म ज्ञानी आप परमेश्वर। कितनी वड्डी बख्शिश सतगुरु गुरु अर्जन देव महाराज जी कर रहे हैं कि ब्रह्म ज्ञानी आप ही परमेश्वर स्वरूप है। क्योंकि हर जन दोई एक है, बिख विचार कछ नाहे। वाहिगुरु ते वाहिगुरु दा सेवक, इन्हां दे विच कोई अंतर नहीं, कोई फर्क नहीं, एक ही स्वरूप हैं। ते सतगुरु जी इत्थे होर छाप ला रहे ने, नानक ब्रह्म ज्ञानी आप परमेश्वर। ब्रह्म ज्ञानी आप ही रब दा रूप है। ब्रह्म ज्ञानी की कीमत नाहे। ब्रह्म ज्ञानी दी कोई कीमत नहीं पा सकता, कोई दस नहीं सकता कि ब्रह्म ज्ञानी की है। जिस तरह आपां कीमत पाए ना कहया जाए, कहने वाले तेरे रहे समाए। वड्डे मेरे साहिबा, हे मेरे मालका, तेरी कोई कीमत नहीं पा सकता, कोई तेरे बारे दस नहीं सकता तू किड्डा क है। इसे तरह जे तेरे बारे नहीं कोई दस सकता ते तेरे स्वरूप विचों पैदा होया ब्रह्म ज्ञानी साधु तत्त बेता महापुरख, ਉਹਦੇ ਬਾਰੇ ਵੀ ਕੋਈ ਕੀ ਕੀਮਤ ਪਾ ਸਕਦਾ ਹੈ। ब्रह्म ज्ञानी कै सगल मन माहे। ब्रह्म ज्ञानी कै सगल मन माहे। सगल तो भाव सारा कुछ, कुल दुनिया का ज्ञान, प्रोख ते अप्रोख ज्ञान ब्रह्म ज्ञानी दे मन मस्तक विच हुंदा है। ब्रह्म ज्ञानी का कौन जाने भेद। सतगुरु जी कहने लगे ऐसा दुनिया ते कौन है जो ब्रह्म ज्ञानी दा भेद जान सके। ब्रह्म ज्ञानी का सदा आदेश। कृपा करके सतगुरु जी कहते ने कि ऐसे ब्रह्म ज्ञानी तत्व बेते महापुरखां नूं तां हमेशा नमस्कार करनी ही बनती है। हमेशा 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 नमस्कार करो। ब्रह्म ज्ञानी का कथया न जाए अदाख्यर। ब्रह्म ज्ञानी का कथया न जाए, कहया नहीं जा सकता अदाख्यर। जे संधि विच्छेद करके पढ़ना होवे अद्धा अखर, अदाख्यर दा संधि विच्छेद करना होवे तो शब्द बनेगा अद्धा अखर। भाव के ब्रह्म ज्ञानी की है, ब्रह्म ज्ञानी दा स्वरूप की है, ब्रह्म ज्ञानी दी कीमत की है। सतगुरु जी कहन लगे
ਐਸੇ ਬ੍ਰਹਮ ਗਿਆਨੀਆਂ ਬਾਰੇ ਅੱਧਾ ਅੱਖਰ ਵੀ ਤੁਸੀਂ ਨਹੀਂ ਜਾਣ ਸਕਦੇ, ਨਹੀਂ ਕਹਿ ਸਕਦੇ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਤੇ ਮਾਲਕ ਹੈ ਸਰਬ, ਹਰ ਇੱਕ ਚੀਜ਼ ਦਾ, ਹਰ ਇੱਕ ਥਾਂ ਦਾ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਦੀ ਮਰਜ਼ਾਦਾ, ਬ੍ਰਹਮ ਗਿਆਨੀ ਦੀ ਚਾਲ, ਬ੍ਰਹਮ ਗਿਆਨੀ ਦੀ ਰਹਿਤ, ਬ੍ਰਹਮ ਗਿਆਨੀ ਦਾ ਰਹਿਣਾ ਸਹਿਣਾ, ਬ੍ਰਹਮ ਗਿਆਨੀ ਬਾਰੇ ਕੋਈ ਕੀ ਕਹਿ ਸਕਦਾ ਹੈ, ਨਹੀਂ ਦੱਸ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਜੇ ਕਿਸੇ ਬ੍ਰਹਮ ਗਿਆਨੀ ਬਾਰੇ ਜਾਣਨਾ ਹੈ ਤੇ ਪਹਿਲਾਂ ਬ੍ਰਹਮ ਗਿਆਨ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਹੀ ਇੱਕ ਦੂਜੇ ਬ੍ਰਹਮ ਗਿਆਨੀ ਦੀ ਸਾਰੀ ਮਰਜ਼ਾਦਾ ਨੂੰ ਜਾਣ ਸਕਦਾ ਹੈ, ਸਮਝ ਸਕਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਐਸੇ ਤੱਤ ਬੇਤੇ ਸਤਿਪੁਰਖਾਂ ਮਹਾਂਪੁਰਖਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਤੇ ਪਾਰਾਵਾਰ ਤੋਂ ਰਹਿਤ ਹੈ। ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ। ਇੱਕ ਵਾਰ ਫਿਰ ਕਿਰਪਾ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਐਸੇ ਬ੍ਰਹਮ ਗਿਆਨੀਆਂ ਨੂੰ ਤਾਂ ਨਮਸਕਾਰ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੀ ਬ੍ਰਹਮ ਗਿਆਨੀ ਹੈ। ਕਿੰਨੀਆਂ ਵਡਿਆਈਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਹਨ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸੱਚਮੁੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕਹੇ, ਬ੍ਰਹਮ ਗਿਆਨੀ ਸਦ ਜੀਵਾ ਹੈ, ਨਹੀਂ ਮਰਦਾ, ਕਿਉਂਕਿ ਉਹ ਇਸ ਮਨੁੱਖਾ ਦੇਹ ਦੇ ਵਿੱਚ ਆਉਂਦੇ ਨੇ ਦੁਨੀਆ ਦੀ ਕਲਿਆਣ ਕਰਨ ਵਾਸਤੇ, ਪਰਮਾਤਮਾ ਦੀ ਬੰਦਗੀ ਕਰਨ ਵਾਸਤੇ, ਪਰ ਅਸਲ ਵਿੱਚ ਉਹ ਵਿਦੇਹ ਹੁੰਦੇ ਨੇ, ਦੇਹ ਤੋਂ ਮੁਕਤ ਹੁੰਦੇ ਨੇ। ਦੇਹ ਨਾਲ ਕੋਈ ਉਹਨਾਂ ਦਾ ਮੋਹ ਨਹੀਂ ਹੁੰਦਾ, ਦੇਹ ਨਾਲ ਕੋਈ ਪਿਆਰ ਨਹੀਂ ਹੁੰਦਾ। ਉਹ ਤੇ ਇੰਨਾ ਕੁ ਜ਼ਿਆਦਾ ਪਰਮਾਤਮਾ ਦੇ ਨਾਮ ਵਿੱਚ ਅਭੇਦ ਹੁੰਦੇ ਹਨ ਕਿ ਇਸ ਦੇਹ ਦੀ ਕੋਈ ਪਰਵਾਹ ਨਹੀਂ ਹੁੰਦੀ। ਉਹ ਤੇ ਹਮੇਸ਼ਾ ਵਾਹਿਗੁਰੂ ਦੇ ਵਿੱਚ ਅਭੇਦ ਹੋਏ ਹੁੰਦੇ ਹਨ। ਬ੍ਰਹਮ ਗਿਆਨੀ ਸਦ ਜੀਵ ਹੈ, ਹਮੇਸ਼ਾ ਹਮੇਸ਼ਾ ਹੀ ਉਹ ਜਿਉਂਦੇ ਹਨ। ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ। ਹੁਣ ਮੁਕਤੀ ਦੀ ਜਿਹੜੀ ਜੁਗਤੀ ਹੈ, ਕੁੱਲ ਸ਼ਾਸਤਰਾਂ ਦੇ ਵਿੱਚ, ਵੇਦਾਂ ਦੇ ਵਿੱਚ ਮੁਕਤ ਹੋਣ ਵਾਸਤੇ ਬੜੇ ਢੰਗ ਤਰੀਕੇ ਦੱਸੇ ਗਏ ਨੇ, ਪਰ ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਮੁਕਤੀ ਦੀ ਜੁਗਤੀ ਹੈ ਉਹ ਬ੍ਰਹਮ ਗਿਆਨੀਆਂ ਪਾਸੋਂ ਹੀ ਪਾਈ ਜਾ ਸਕਦੀ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਹੈ, ਵਿਧਾਤਾ ਸਰੂਪ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਜਿਹਨੂੰ ਕੋਈ ਸਹਾਰਾ ਨਹੀਂ, ਉਹਦਾ ਸਹਾਰਾ ਹੈ ਬ੍ਰਹਮ ਗਿਆਨੀ। ਉਹਦੇ ਲਈ ਹਮੇਸ਼ਾ ਤਤਪਰ ਹੈ, ਪਰਉਪਕਾਰੀ ਸੁਭਾਅ ਹੈ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਐਸਾ ਪਰਉਪਕਾਰੀ ਸੁਭਾਅ ਹੈ ਕਿ ਸਭ ਉੱਪਰ ਹਾਥ, ਭਾਵੇਂ ਕੋਈ ਗਰੀਬ ਹੋਵੇ, ਅਮੀਰ ਹੋਵੇ, ਆਪਣਾ ਹੋਵੇ, ਬੇਗਾਨਾ ਹੋਵੇ, ਕੋਈ ਵੀ ਹੋਵੇ, ਹਰ ਇੱਕ ਦੇ ਉੱਪਰ ਜੀਵ ਦਇਆ ਪ੍ਰਵਾਨ ਦੇ ਸਿਧਾਂਤ ਅਨੁਸਾਰ ਚੱਲਦੇ ਹਨ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਜਿੰਨਾ ਵੀ ਪਸਾਰਾ ਸੰਸਾਰ ਦਾ ਦੇਖਿਆ ਜਾ ਸਕਦਾ ਹੈ, ਸਭ ਕਹਿਣ ਲੱਗੇ ਇਸ ਪਸਾਰੇ ਵਿੱਚੋਂ ਬ੍ਰਹਮ ਗਿਆਨੀ ਪਸਰਿਆ ਹੋਇਆ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ। ਹੁਣ ਦੂਸਰੀ ਵਾਰ ਫਿਰ ਕਿਰਪਾ ਕਰ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਬ੍ਰਹਮ ਗਿਆਨੀ ਆਪ ਨਿਰੰਕਾਰ, ਆਪ ਨਿਰੰਕਾਰ ਦਾ ਸਰੂਪ ਹੀ ਬ੍ਰਹਮ ਗਿਆਨੀ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਇਹਨਾਂ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਕੇਵਲ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਉਸ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ ਤੇ ਕਿਸੇ ਪੂਰਨ ਬ੍ਰਹਮ ਗਿਆਨੀ ਤਤ ਬੇਤੇ ਦੇ ਦਰਸ਼ਨ ਕਰ ਲਏ ਜਾਣ, ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਆਪ ਹੀ ਰੱਬ ਦਾ ਰੂਪ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਇਉਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਐਸੇ ਬ੍ਰਹਮ ਗਿਆਨੀ ਸਾਧੂ ਮਹਾਤਮਾਵਾਂ ਦੀ ਜਿਹੜੀ ਸ਼ੋਭਾ ਕਰਨੀ ਹੈ, ਵਡਿਆਈ ਕਰਨੀ ਹੈ, ਬ੍ਰਹਮ ਗਿਆਨੀ ਬਣੀ। ਇਹ ਵਡਿਆਈ ਵੀ ਬ੍ਰਹਮ ਗਿਆਨ ਹੈ, ਕਿਉਂਕਿ ਜਦੋਂ ਗੱਲਾਂ ਹੀ ਬ੍ਰਹਮ ਦੀਆਂ ਕਰਨੀਆਂ, ਬਾਤਾਂ ਹੀ ਬ੍ਰਹਮ ਦੀਆਂ ਕਰਨੀਆਂ ਹਨ, ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣ ਦੀਆਂ ਕਰਨੀਆਂ, ਉਸ ਅਚਰਜ ਕੌਤਕਾਂ ਦੀਆਂ ਗੱਲਾਂ ਕਰਨੀਆਂ, ਜਿੱਥੇ ਦੁਨੀਆ ਦੇ ਤਰਕ ਵਿਤਰਕ ਖਤਮ ਹੋ ਜਾਂਦੇ ਨੇ, ਤਰਕਾਂ ਤੋਂ ਉੱਪਰਲੀਆਂ ਗੱਲਾਂ ਹੈ। ਤੇ ਕਿਉਂ ਕਹਿਣ ਲੱਗੇ ਨੇ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ। ਉਹਨਾਂ ਦੀ ਜਿਹੜੀ ਸ਼ੋਭਾ ਕਰਨੀ ਹੈ ਇਹ ਵੀ ਬ੍ਰਹਮ ਗਿਆਨ ਹੀ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਧਨੀ ਦਾ ਅਰਥ ਹੈ ਵੱਡਾ ਧਨਾੜ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵੱਡਾ ਦਾਤਾ ਹੈ ਤੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਇਆ ਬ੍ਰਹਮ ਗਿਆਨੀ ਵੀ ਸਰਬ ਕਾ ਧਨੀ,
ਵੱਡਾ ਧਨਾੜ ਹੈ, ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭਨਾਂ ਉੱਪਰ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲਾ ਹੈ। ਸੋ ਇਉਂ 8ਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਬ੍ਰਹਮ ਗਿਆਨੀਆਂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ ਕਾ ਧਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।